सतनाम श्री वाहिगुरु साहिब जियो। जइयै जन्म न होवी कदहि, जे कर सच पछाणै। गुरमुख आखै गुरमुख बूझै, गुरमुख एको जाणै। रारै रव रहया सब अंतर, जेते किए जनता। जानते उपाय धंधे सब लाए, कर्म होआ तिन नाम लिया। जइयै जन्म न होवी कदहि, जे कर सच पछाणै। वाहिगुरु जी का खालसा, वाहिगुरु जी की फतेह। परम सम्मानयोग गुरु खालसा सत संगत जीओ। सतगुरु ने अपार बख्शिश की। आप संगतां सतगुरु दी पावन अमृत रूप बाणी दी लड़ीवार कथा विचार सरवण कर रहे हो। धन गुरु नानक देव महाराज सच्चे पातशाह ने 7 साल की उम्र दे विच जो पट्टी बाणी उचारण की सी, ओदी विचार आप संगतां सरवण कर रहे हो। जदों धन गुरु नानक देव महाराज सच्चे पातशाह 7 साल दे होए, तां उस वेले सतगुरु दे सत्कारयोग पिता महता बाबा कालू जी ने गोपाल पाधे पास पढ़न लई भेजिया। पाधे ने आखिया तुसी पट्टी लिखो। उस पट्टी उत्ते उसने लंडियां दी लिपि लिखी, कुछ होर भी अखर लिखे। कुछ विद्वानां ने आखिया है कि सिद्धं आया है, ये शब्द ओदे उपर लिखे। किसी ने आखिया बैराखड़ी लिखी। सो रहो विचार। धन गुरु नानक देव महाराज सच्चे पातशाह ने 7 साल की उम्र दे विच ये पवित्र बाणी उचारण की। हुण इहदे विच मम्मी अखर तक आप संगतां ने उपदेश सुने हन। अगे यिये अखर द्वारा सतगुरु उपदेश बख्शिश कर रहे हन। आप संगतां प्रेम नाल सुनो ते एक वारी प्यार दे नाल आखो सतनाम श्री वाहिगुरु साहिब जियो। जइयै जन्म न होवी कदहि, जे कर सच पछाणै। लो यिये अखर द्वारा हजूर फरमाउंदे ने कि पादा जी, जे कर ए जीव सच नूं पछाण लवे। सच की है? परमात्मा। आद सच, जुगाद सच, है भी सच, नानक होसी भी सच। जे ए जीव सच नूं पछाण लवे, जन्म ना होवी कदही, फिर इहदा दोबारा मुड़ के जन्म नहीं हो सकता। भाव इसनूं जन्म मरण तो छुटकारा मिल जाता है। गुरमुख आखै गुरमुख बूझै, गुरमुख एको जाणै। जिहड़ा गुरमुख व्यक्ति है वो हमेशा लई सच आखदा है, ते गुरमुख व्यक्ति ही बूझै, सच नूं समझदा है। गुरमुख एको जाणै, ते गुरमुख व्यक्ति उस एक अकाल पुरख वाहिगुरु नूं जाण लैंदा है। रारै रव रहया सब अंतर, जेते कीए जनता। लहुण रारे अखर द्वारा सतगुरु उपदेश दिंदे हन कि पादा जी, जिन्ने भी उस अकाल पुरख वाहिगुरु ने जीव पैदा कीते ने, जेते कीए जनता।
ਜਿੰਨੇ ਵੀ ਜੀਵ ਉਸ ਅਕਾਲ ਪੁਰਖ ਵਾਹਿਗੁਰੂ ਨੇ ਪੈਦਾ ਕੀਤੇ ਨੇ ਤੇ ਉਹਨਾਂ ਸਾਰਿਆਂ ਦੇ ਅੰਦਰ ਉਹ ਅਕਾਲ ਪੁਰਖ ਵਾਹਿਗੁਰੂ ਆਪ ਵਸ ਰਿਹਾ ਹੈ, ਪਰਿਪੂਰਨ ਹੋ ਰਿਹਾ ਹੈ। ਜਨ ਤਿਉ ਪਾਏ ਧੰਦਾ ਸਭ ਲਾਏ, ਕਰਮ ਹੋਆ ਤਿਨ ਨਾਮ ਲਿਆ। ਜਿੰਨੇ ਵੀ ਜੀਵ ਉਸ ਵਾਹਿਗੁਰੂ ਨੇ ਪੈਦਾ ਕੀਤੇ ਨੇ ਸਭ ਨੂੰ ਧੰਦਿਆਂ ਦੇ ਵਿੱਚ ਲਾਇਆ ਹੋਇਆ। ਜਿਤ ਜਿਤ ਲਾਵੋ ਤਿਤ ਲੱਗਾ ਹਰਨਾਥ, ਨਾਨਕ ਇਨ ਕੈ ਕਛੂ ਨ ਹਾਥ। ਕਰਮ ਹੋਆ ਤਿਨ ਨਾਮ ਲਿਆ। ਜਿਨ੍ਹਾਂ ਤੇ ਵਾਹਿਗੁਰੂ ਦੀ ਮਿਹਰ ਹੋ ਗਈ ਫਿਰ ਉਹਨਾਂ ਨੇ ਵਾਹਿਗੁਰੂ ਦੇ ਨਾਮ ਨੂੰ ਲਿਆ ਹੈ, ਨਾਮ ਜਪਿਆ ਹੈ। ਨਹੀਂ ਤੇ ਸਾਰੇ ਲੋਕ ਧੰਦਿਆਂ ਦੇ ਵਿੱਚ ਹੀ ਮਸ਼ਰੂਫ ਹਨ। ਲੱਲੇ ਲਾਏ ਧੰਦਾ ਜਨ ਛੋਡੀ, ਮੀਠਾ ਮਾਇਆ ਮੋਹ ਕੀਆ। ਲੱਲੇ ਅੱਖਰ ਦੁਆਰਾ ਸਤਿਗੁਰੂ ਕਹਿੰਦੇ ਨੇ ਕਿ ਪਾਦਾ ਜੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਪੈਦਾ ਕਰਕੇ, ਜਿਸ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਪੈਦਾ ਕਰਕੇ ਧੰਦਿਆਂ ਦੇ ਵਿੱਚ ਲਾ ਛੱਡੀ ਹੈ, ਮੀਠਾ ਮਾਇਆ ਮੋਹ ਕੀਆ। ਉਹਨਾਂ ਦੇ ਅੰਦਰ ਮਾਇਆ ਦਾ ਮੋਹ ਐਸਾ ਮਿੱਠਾ ਪੈਦਾ ਕਰ ਦਿੱਤਾ ਹੈ ਜਿਸ ਕਰਕੇ ਸਾਰੇ ਹੀ ਲੋਕ ਉਸ ਮਾਇਆ ਦੇ ਮੋਹ ਦੇ ਵਿੱਚ ਫਸ ਕੇ ਧੰਦਿਆਂ ਦੇ ਵਿੱਚ ਗਲਤਾਨ ਹੋ ਰਹੇ ਹਨ। ਖਾਣਾ ਪੀਣਾ ਸਮ ਕਰ ਸਹਿਣਾ, ਭਾਣਾ ਤਾਕੈ ਹੁਕਮ ਪਿਆ। ਲੋ ਹਜ਼ੂਰ ਕਹਿੰਦੇ ਨੇ ਇਹ ਮਨੁੱਖ ਖਾਣਾ ਪੀਣਾ ਤੇ ਦੁੱਖ ਸੁੱਖ ਨੂੰ ਸਮਾਨ ਕਰਕੇ ਸਹਾਰਨਾ, ਔਰ ਇਹ ਵੀ ਵਾਹਿਗੁਰੂ ਦੇ ਭਾਣੇ ਦੇ ਵਿੱਚ ਹੀ ਇਹਨਾਂ ਤੇ ਹੁਕਮ ਪਿਆ ਹੋਇਆ। ਭਾਵ ਹਰ ਜੀਵ ਨੂੰ ਜੋ ਵੀ ਕੁਛ ਖਾਣ ਪੀਣ ਦੇ ਲਈ ਵਾਹਿਗੁਰੂ ਨੇ ਦਿੱਤਾ ਹੈ ਉਹ ਇਸ ਨੂੰ ਖਾਣਾ ਪੀਣਾ ਪੈਂਦਾ ਹੈ, ਤੇ ਜਿਹੜਾ ਵੀ ਦੁੱਖ ਸੁੱਖ ਇਸ ਨੂੰ ਕਰਮਾਂ ਅਨੁਸਾਰ ਮਿਲਦਾ ਹੈ ਉਹਨੂੰ ਵੀ ਬਰਾਬਰ ਕਰਕੇ ਸਹਾਰਨਾ ਪੈਂਦਾ ਹੈ। ਭਾਣੇ ਤਾਕੈ ਹੁਕਮ ਪਿਆ। ਉਸ ਵਾਹਿਗੁਰੂ ਦੇ ਭਾਣੇ ਵਿੱਚ ਹੀ ਇਹ ਹੁਕਮ ਪਿਆ ਹੋਇਆ ਹੈ। ਜੀਵ ਆਪੋ ਆਪਣੇ ਕਰਮਾਂ ਦੇ ਅਨੁਸਾਰ ਹੀ ਦੁੱਖ ਵੀ ਤੇ ਸੁੱਖ ਵੀ ਸਹਾਰਦੇ ਨੇ, ਤੇ ਨਾਲ ਹੋਰ ਵੀ ਯੋਗ ਤੇ ਅਯੋਗ ਵਸਤਾਂ ਸਾਰੀਆਂ ਖਾਂਦੇ ਪੀਂਦੇ ਨੇ। ਵਾਵੈ ਵਾਸ ਦਿਓ ਪਰਮੇਸ਼ਰ, ਵੇਖਣ ਕਉ ਜਿਨ ਵੇਸ ਕੀਆ। ਵਾਵੇ ਅੱਖਰ ਦੁਆਰਾ ਸਤਿਗੁਰੂ ਉਪਦੇਸ਼ ਦਿੰਦੇ ਨੇ, ਗੁਰਮੁਖੋ ਉਹ ਵਾਹਿਗੁਰੂ ਵਾਸ ਦਿਓ, ਸਭ ਨੂੰ ਵਾਸਾ ਦੇਣ ਵਾਲਾ ਹੈ ਤੇ ਪਰਮੇਸ਼ਰ ਸਭ ਤੋਂ ਵੱਡਾ ਈਸ਼ਵਰ ਹੈ। ਵੇਖਣ ਕਉ ਜਨ ਵੇਸ ਕੀਆ, ਜਿਸਨੇ ਸੰਸਾਰ ਦਾ ਤਮਾਸ਼ਾ ਵੇਖਣ ਦੇ ਵਾਸਤੇ ਤੇ ਉਸਨੇ ਵੇਸ ਕੀਆ ਵੀ ਆਪਣਾ ਸਰਗੁਣ ਰੂਪ ਧਾਰਨਾ ਕੀਤਾ। ਭਾਵ ਉਹ ਅਕਾਲ ਪੁਰਖ ਵਾਹਿਗੁਰੂ ਜਗਤ ਜੀਵਾਂ ਦਾ ਉਧਾਰ ਕਰਨ ਵਾਸਤੇ ਪਾਵਨ ਗੁਰੂ ਨਾਨਕ ਸਰੂਪ ਧਾਰਨ ਕਰਕੇ ਆਇਆ। ਇਹ ਮਾਨੋ ਉਸਨੇ ਆਪਣਾ ਇੱਕ ਐਸਾ ਵੇਸ ਸਰੂਪ ਧਾਰਨ ਕੀਤਾ ਹੈ। ਵੇਖਿਆ ਚਾਖਿਆ ਸਭ ਕੁਛ ਜਾਣੈ, ਅੰਤਰ ਬਾਹਰ ਰਵ ਰਹਿਆ। ਵਾਸਤਵ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਅੰਦਰ ਤੇ ਬਾਹਰ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ। ਉਹ ਵਾਹਿਗੁਰੂ ਪਰਮੇਸ਼ਰ ਸਭ ਦੇ ਅੰਦਰ ਵੇਖਦਾ ਵੀ ਹੈ ਤੇ ਚਾਖਿਆ ਹਰ ਸਵਾਦ ਨੂੰ ਵੀ ਚਖਦਾ ਹੈ ਤੇ ਸਭ ਕੁਝ ਜਾਣਦਾ ਵੀ ਹੈ। ਕਿਉਂ? ਇੱਕ ਵਾਹਿਗੁਰੂ ਦਾ ਵਿਆਪਕ ਸਰੂਪ ਹੈ ਤੇ ਦੂਸਰਾ ਉਸ ਵਾਹਿਗੁਰੂ ਦਾ ਵਿਸ਼ੇਸ਼ ਸਰਗੁਣ ਸਰੂਪ ਹੈ। ਤੇ ਜਿਹੜਾ ਸਰਗੁਣ ਸਰੂਪ ਹੈ ਉਹ ਤੇ ਕੁਝ ਸਮੇਂ ਲਈ ਸੰਸਾਰ ਦੇ ਵਿੱਚ ਵਾਹਿਗੁਰੂ ਧਾਰਨ ਕਰਦਾ ਹੈ, ਫਿਰ ਆਲੋਪ ਕਰ ਲੈਂਦਾ ਹੈ। ਪਰ ਜਿਹੜਾ ਉਸ ਵਾਹਿਗੁਰੂ ਦਾ ਵਿਆਪਕ ਸਰੂਪ ਹੈ ਉਹ ਹਮੇਸ਼ਾ ਲਈ ਰਹਿੰਦਾ ਹੈ। ਰਾੜੈ ਰਾੜ ਕਰਹਿ ਕਿਆ ਪ੍ਰਾਣੀ, ਤਿਸੈ ਤੇ ਆਵੋ ਜੇ ਅਮਰ ਹੋਆ। ਹੁਣ ਰਾੜੇ ਅੱਖਰ ਦੁਆਰਾ ਗੁਰਮੁਖੀ ਦੀ 35 ਦਾ ਰਾੜਾ ਅੱਖਰ ਅਖੀਰਲਾ ਹੈ। ਉਸ ਰਾੜੇ ਅੱਖਰ ਦੁਆਰਾ ਸਤਿਗੁਰੂ ਕਹਿੰਦੇ ਨੇ, ਐ ਪ੍ਰਾਣਾ ਤਾਰੀ ਜੀਵੋ। ਰਾੜ ਦਾ ਅਰਥ ਹੈ ਲੜਾਈ। ਲੜਾਈ ਝਗੜਾ ਕਿਉਂ ਕਰਦੇ ਹੋ? ਤਿਸੈ ਧਿਆਵੋ ਜੇ ਅਮਰ ਹੋਆ, ਤੁਸੀਂ ਉਸ ਪ੍ਰਭੂ ਨੂੰ ਧਿਆਓ ਜੋ ਪਹਿਲਾਂ ਤੋਂ ਅਮਰ ਹੋਇਆ ਹੈ, ਜਿਹੜਾ ਕਦੀ ਨਾਸ ਹੋਣ ਵਾਲਾ ਨਹੀਂ, ਸ਼ੁਰੂ ਤੋਂ ਹੀ ਉਹ ਅਮਰ ਹੈ, ਸੱਚ ਸਰੂਪ ਹੈ। ਤੁਸੀਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਧਿਆਓ। ਤਿਸਹਿ ਧਿਆਵੋ ਸੱਚ ਸਮਾਵੋ, ਉਸ ਵਿਟਹੁ ਕੁਰਬਾਨ ਕੀਆ। ਗੁਰਮੁਖੋ ਲੜਾਈ ਝਗੜਾ ਨਾ ਕਰੋ, ਉਸ ਵਾਹਿਗੁਰੂ ਨੂੰ ਧਿਆਓ ਤੇ ਉਹ ਸੱਚ ਦੇ ਵਿੱਚ ਲੀਨ ਹੋ ਜਾਓ।
ਅਸੀਂ ਵੀ ਉਸ ਵਾਹਿਗੁਰੂ ਤੋਂ ਆਪਣਾ ਸਭ ਕੁਝ ਕੁਰਬਾਨ ਕੀਤਾ ਹੋਇਆ ਹੈ। ਹਾਹੈ ਹੋਰ ਨਾ ਕੋਈ ਦਾਤਾ, ਜੀਉ ਪਾਏ ਜਿਨ ਰਿਜ਼ਕ ਦੀਆ। ਪਿੱਛੇ ਹਾਹਾ ਅੱਖਰ ਰਹਿ ਗਿਆ ਸੀ। ਹਾਹਾ ਤੇ ਐੜਾ ਅੱਖਰ ਹੁਣ ਉਹਨਾਂ ਦੋਨਾਂ ਅੱਖਰਾਂ ਦੁਆਰਾ ਸਤਿਗੁਰੂ ਅਖੀਰ ਤੇ ਉਪਦੇਸ਼ ਦੇਣ ਲੱਗੇ ਹਨ। ਹਾਹੈ ਹੋਰ ਨਾ ਕੋਈ ਦਾਤਾ। ਹਜ਼ੂਰ ਕਹਿੰਦੇ ਨੇ ਹਾਹੇ ਅੱਖਰ ਦੁਆਰਾ ਇਹ ਉਪਦੇਸ਼ ਹੈ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਵੀ ਦਾਤਾ ਨਹੀਂ ਹੈ। ਜੀਉ ਪਾਏ ਜਿਨ ਰਿਜ਼ਕ ਦੀਆ, ਜਿਸ ਵਾਹਿਗੁਰੂ ਨੇ ਸਾਰੇ ਜੀਵ ਪੈਦਾ ਕਰਕੇ ਤੇ ਸਭ ਨੂੰ ਰਿਜ਼ਕ ਦਿੱਤਾ ਹੋਇਆ, ਰੁਜ਼ਗਾਰ ਦਿੱਤਾ ਹੋਇਆ। ਦੇਖ ਲਓ ਸਾਰੇ ਜੀਵਾਂ ਦੀ ਵੱਖੋ ਵੱਖਰੀ ਖੁਰਾਕ ਹੈ। ਇੱਕ ਮਿੱਟੀਆ ਮੈਂ ਮਿੱਟੀਆ ਖਾਏ, ਇੱਕ ਮਿੱਟੀ ਖਾਣ ਵਾਲੇ ਵੀ ਜੀਵ ਨੇ। ਇੱਕ ਪੌਣ ਸਮਾਰੀ ਪੌਣ ਸਮਾਰ, ਇੱਕ ਹਵਾ ਹੀ ਖਾਂਦੇ ਨੇ, ਹਵਾ ਹੀ ਭਖਣ ਵਾਲੇ ਨੇ। ਕੋਈ ਮਾਸਾਹਾਰੀ ਹੈ, ਕੋਈ ਸ਼ਾਕਾਹਾਰੀ। ਕਿੰਨੇ ਤਰ੍ਹਾਂ ਦੇ ਜੀਵ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤੇ ਨੇ। ਹਜ਼ੂਰ ਕਹਿੰਦੇ ਨੇ ਵੀ ਜਿਸ ਵਾਹਿਗੁਰੂ ਨੇ ਸਾਰਿਆਂ ਨੂੰ ਰਿਜ਼ਕ ਦਿੱਤਾ ਹੈ ਤੇ ਉਹੀ ਸਾਰੇ ਜੀਵਾਂ ਦਾ ਦਾਤਾ ਹੈ। ਉਸ ਤੋਂ ਬਿਨਾਂ ਹੋਰ ਕੋਈ ਹੋਰ ਦਾਤਾ ਨਹੀਂ ਹੈ। ਹਰ ਨਾਮ ਤੇ ਆਵਹੁ ਹਰ ਨਾਮ ਸਮਾਵਹੁ, ਅੰਦਨ ਲਾਹਾ ਹਰ ਨਾਮ ਲਿਆ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਤੁਸੀਂ ਹਰ ਵੇਲੇ ਵਾਹਿਗੁਰੂ ਦੇ ਨਾਮ ਨੂੰ ਤੇ ਆਓ ਤੇ ਨਾਮ ਦੇ ਵਿੱਚ ਹੀ ਸਮਾਵੋ, ਮਗਨ ਹੋ ਜਾਓ, ਲੀਨ ਹੋ ਜਾਓ। ਅੰਦਨ ਲਾਹਾ ਹਰ ਨਾਮ ਲਿਆ। ਅਸਾਂ ਵੀ ਦਿਨ ਰਾਤ ਵਾਹਿਗੁਰੂ ਦੇ ਨਾਮ ਦਾ ਲਾਹਾ ਹੀ ਪ੍ਰਾਪਤ ਕੀਤਾ ਹੈ। ਹਰ ਵੇਲੇ ਅਸੀਂ ਵੀ ਨਾਮ ਜਪਦੇ ਰਹਿੰਦੇ ਹਾਂ। ਊਠਤ ਬੈਠਤ ਸੋਵਤ ਨਾਮ, ਕਹੁ ਨਾਨਕ ਜਨ ਕੈ ਸਦਕਾਮ। ਆਇੜੈ ਆਪ ਕਰੇ ਜਨ ਛੋਡੇ, ਜੋ ਕੁਛ ਕਰਨਾ ਸੋ ਕਰ ਰਹਿਆ। ਇਹ ਜਿਹੜਾ ਗੁਰਮੁਖੀ ਦਾ ਦੂਸਰਾ ਅੱਖਰ ਹੈ, ਊੜਾ ਤੇ ਐੜਾ, ਇਹ ਪਿੱਛੇ ਨਹੀਂ ਸੀ ਆਇਆ। ਹੁਣ ਅਖੀਰ ਤੇ ਸਤਿਗੁਰੂ ਐੜੇ ਅੱਖਰ ਦੁਆਰਾ ਉਪਦੇਸ਼ ਦਿੰਦੇ ਹਨ। ਆਇੜੈ ਆਪ ਕਰੇ ਜਨ ਛੋਡੀ, ਜਿਸ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕਰਕੇ ਛੱਡ ਦਿੱਤੀ ਹੈ। ਜੋ ਕੁਛ ਕਰਨਾ ਸੋ ਕਰ ਰਿਹਾ। ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਭਾਣੇ ਦਾ ਮਾਲਕ ਹੈ। ਜੋ ਕੁਛ ਉਹਨੇ ਕਰਨਾ ਉਹ ਕਰ ਰਿਹਾ ਹੈ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਉਹਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ, ਕਿਸੇ ਤੋਂ ਸਲਾਹ ਲੈਣ ਦੀ ਲੋੜ ਨਹੀਂ। ਜੋ ਉਸ ਮਾਲਕ ਨੇ ਕਰਨਾ ਹੈ ਉਹ ਕਰ ਹੀ ਰਿਹਾ ਹੈ। ਕਰੇ ਕਰਾਏ ਸਭ ਕਿਛ ਜਾਣੈ, ਨਾਨਕ ਸਾਇਰ ਇਵ ਕਹਿਆ। ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਸਭ ਕੁਝ ਕਰਨ ਕਰਾਉਣ ਵਾਲਾ ਹੈ ਤੇ ਸਭ ਕੁਛ ਜਾਣਦਾ ਵੀ ਹੈ। ਕਰਨ ਕਰਾਉਣ ਵਾਲਾ ਵੀ ਉਹੀ ਹੈ ਤੇ ਸਭ ਦੇ ਦਿਲਾਂ ਦੀਆਂ ਜਾਣਨ ਵਾਲਾ ਜਾਣਨਹਾਰ ਵੀ ਉਹ ਹੈ। ਨਾਨਕ ਸ਼ਾਇਰ ਇਵ ਕਹਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਆਪ ਨੂੰ ਸ਼ਾਇਰ ਆਖਦੇ ਨੇ। ਸ਼ਾਇਰ ਅਰਬੀ ਦਾ ਲਫ਼ਜ਼ ਹੈ। ਸ਼ਾਇਰ ਕਹਿੰਦੇ ਨੇ ਕਵੀ ਨੂੰ, ਤੇ ਪੰਜਾਬੀ ਵਿੱਚ ਵੀ ਆਮ ਇਹ ਲਫ਼ਜ਼ ਸ਼ਾਇਰ ਕਵੀ ਨੂੰ ਆਖਿਆ ਜਾਂਦਾ ਹੈ। ਨਾਨਕ ਸ਼ਾਇਰ ਇਵ ਕਹਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਮੈਂ ਸ਼ਾਇਰ ਕਵੀ ਨੇ ਇਸ ਤਰ੍ਹਾਂ ਉਸ ਵਾਹਿਗੁਰੂ ਪਰਮੇਸ਼ਰ ਦੇ ਜਸ ਨੂੰ ਉਚਾਰਨ ਕੀਤਾ। ਜਿਹੜੇ ਵਿਆਕਰਨੀ ਸੱਜਣ ਨੇ ਉਹ ਕਹਿੰਦੇ ਨਾਨਕ ਸਾਇਰ ਇਵ ਕਹਿਆ, ਵੀ ਇੱਥੇ ਜਿਹੜਾ ਸਾਇਰ ਸ਼ਬਦ ਹੈ ਇਹ ਰਾਰੇ ਨੂੰ ਸਿਹਾਰੀ ਹੋਣੀ ਚਾਹੀਦੀ ਸੀ, ਬਈ ਸ਼ਾਇਰ ਨੇ ਇਸ ਤਰ੍ਹਾਂ ਆਖਿਆ। ਪਰ ਇਹ ਸਤਿਗੁਰੂ ਦੀ ਮੌਜ ਹੈ, ਜਿੱਥੇ ਨਹੀਂ ਵੀ ਕੋਈ ਲਗ ਮਾਤਰ ਵਿਆਕਰਨ ਦੇ ਹਿਸਾਬ ਦੇ ਨਾਲ ਲੱਗੀ ਮਿਲਦੀ, ਉੱਥੇ ਅਰਥ ਜਿਵੇਂ ਵਧੀਆ ਢੰਗ ਦੇ ਨਾਲ ਲੱਗ ਸਕਦਾ ਹੈ ਉਸ ਤਰ੍ਹਾਂ ਲਾਉਣ ਦੇ ਵਿੱਚ ਕੋਈ ਹਰਜ ਨਹੀਂ ਹੈ। ਨਾਨਕ ਸ਼ਾਇਰ ਇਵ ਕਹਿਆ। ਹਜ਼ੂਰ ਕਹਿੰਦੇ ਅਸਾਂ ਵੀ ਇਹ ਰੱਬ ਦੇ ਸ਼ਾਇਰ ਕਵੀ ਨੇ ਇਸ ਤਰ੍ਹਾਂ ਵਾਹਿਗੁਰੂ ਦਾ ਜਸ ਆਖਿਆ ਹੈ। ਸੰਸਕ੍ਰਿਤ ਵਿੱਚ ਸ਼ਾਇਰ ਸਮੁੰਦਰ ਨੂੰ ਕਹਿੰਦੇ ਨੇ ਤੇ ਅਰਬੀ ਦੇ ਵਿੱਚ ਫਾਰਸੀ ਵਿੱਚ ਸ਼ਾਇਰ ਕਵੀ ਦਾ ਨਾਮ ਹੁੰਦਾ ਹੈ। ਇੱਥੇ ਪ੍ਰਸੰਗ ਅਨੁਸਾਰ ਪ੍ਰਕਰਨ ਅਨੁਸਾਰ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਸ਼ਾਇਰ ਲਿਖਦੇ ਨੇ ਵੀ ਨਾਨਕ ਸ਼ਾਇਰ ਇਵ ਕਹਿਆ, ਬਈ ਅਸੀਂ ਸ਼ਾਇਰ ਹਾਂ, ਅਸੀਂ ਇਸ ਤਰ੍ਹਾਂ ਵਾਹਿਗੁਰੂ ਦਾ ਜਸ ਕੀਤਾ ਹੈ। ਰਾਗ ਆਸਾ ਮਹੱਲਾ ਤੀਜਾ ਪੱਟੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਯੋ ਅੰਗੈ ਸਭ ਜਗ ਆਇਆ, ਕਾਖੈ ਕੰਗੈ ਕਾਲ ਭਇਆ। ਹੁਣ ਇਹ ਪਿਛਲੀ ਬਾਣੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਉਚਾਰਨ ਕੀਤੀ ਹੋਈ ਸੀ, ਜੋ 7 ਸਾਲ ਦੀ ਉਮਰ ਦੇ ਵਿੱਚ
ਆਪਣੇ ਅਧਿਆਪਕ ਆਪਣੇ ਉਸਤਾਦ ਗੋਪਾਲ ਪਾਂਧੇ ਦੇ ਪਰਥਾਈ ਗੁਰੂ ਮਹਾਰਾਜ ਨੇ ਉਚਾਰਨ ਕੀਤੀ। ਇਹ ਜਿਹੜੀ ਦੂਸਰੀ ਬਾਣੀ ਹੈ ਪੱਟੀ, ਇਹ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਰਾਗ ਆਸਾ ਮਹੱਲਾ ਤੀਜਾ ਪੱਟੀ, ਇਹ ਵੀ ਆਸਾ ਰਾਗ ਦੇ ਵਿੱਚ ਹੀ ਪੱਟੀ ਬਾਣੀ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਉਚਾਰਨ ਕੀਤੀ ਹੈ। ਇਹਦੀ ਉਥਾਨਕਾ ਮਹਾਂਪੁਰਖਿਓਂ ਦੱਸਦੇ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਗੋਇੰਦਵਾਲ ਸਾਹਿਬ ਦੇ ਵਿੱਚ ਗੁਰਮਤਿ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਸਨ ਔਰ ਉੱਥੇ ਕੋਈ ਪਾਧਾ ਬੱਚਿਆਂ ਨੂੰ ਪੜ੍ਹਾਉਂਦਾ ਸੀ ਔਰ ਉਹਨੇ ਬੱਚਿਆਂ ਨੂੰ ਮੁਹਾਰਨੀ ਤੇ ਵਰਣਮਾਲਾ ਦੁਆਰਾ ਇਹੋ ਜਿਹੇ ਪੁੱਠੇ ਸਿੱਧੇ ਲੈਸਨ ਪੜ੍ਹਾਏ ਤੇ ਉਹ ਜਿਹੜੇ ਬੱਚੇ ਸਨ ਸਗਾਂ ਚੰਗੇ ਰਸਤੇ ਪੈਣ ਦੀ ਥਾਂ ਗਲਤ ਰਸਤੇ ਪੈਣ ਲੱਗ ਪਏ, ਕਿਉਂਕਿ ਉਹਨਾਂ ਦੇ ਟੀਚਰ ਦੀ ਸਿੱਖਿਆ ਹੀ ਇਹੋ ਜਿਹੀ ਸੀ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਉਹਦੇ ਬਾਰੇ ਸ਼ਿਕਾਇਤ ਆਈ ਵੀ ਸੱਚੇ ਪਾਤਸ਼ਾਹ ਜਿਹੜਾ ਇੱਥੇ ਇੱਕ ਪਾਧਾ ਹੈ, ਮਾਸਟਰ ਹੈ, ਉਹ ਬੱਚਿਆਂ ਨੂੰ ਗਲਤ ਸਿੱਖਿਆ ਦੇ ਰਿਹਾ। ਉਹਦਾ ਆਪਣਾ ਵੀ ਜਿਹੜਾ ਸੁਭਾਅ ਹੈ, ਧਰਮ ਕਰਮ, ਉਹ ਅੱਛਾ ਨਹੀਂ ਹੈ। ਕੁਛ ਗੱਲਾਂ ਗੁਰੂ ਮਹਾਰਾਜ ਨੇ ਬਾਣੀ ਵਿੱਚ ਹੀ ਜੋ ਉਹਦੀਆਂ ਕਮਜ਼ੋਰੀਆਂ ਸਨ ਉਹਨਾਂ ਨੂੰ ਜ਼ਾਹਰ ਕੀਤਾ ਹੈ। ਸਭ ਤੋਂ ਵੱਡੀ ਗੱਲ ਇਹ ਸੀ, ਕਹਿੰਦੇ ਨੇ ਸ੍ਰੀ ਗੋਇੰਦਵਾਲ ਸਾਹਿਬ ਜੀ ਦੇ ਅੰਦਰ ਕਿਸੇ ਗਰੀਬ ਜ਼ਿਮੀਂਦਾਰ ਦੇ ਘਰ ਲੜਕੀ ਦਾ ਵਿਆਹ ਸੀ ਔਰ ਉਹ ਇਸ ਬ੍ਰਾਹਮਣ ਦਾ ਪਾਧੇ ਦਾ ਜਜਮਾਨ ਵੀ ਸੀ ਔਰ ਇਹ ਉਸ ਗਰੀਬ ਪਰਿਵਾਰ ਦੇ ਘਰ ਗਿਆ ਤੇ ਉਹਨਾਂ ਨੇ ਤਾਂ ਆਖਿਆ ਵੀ ਚਲੋ ਵੀ ਵਿਆਹ ਦੇ ਸਮੇਂ ਪੰਡਤ ਨੂੰ ਵੀ ਆਪਾਂ ਸੱਦ ਕੇ ਨਿਉਂਦਾ ਛਕਾ ਦਈਏ, ਲੰਗਰ ਪਾਣੀ ਛਕਾ ਦਈਏ। ਪਰ ਪੰਡਤ ਉੱਥੇ ਵੀਰ ਕੇ ਬੈਠ ਗਿਆ, ਕਹਿੰਦਾ ਮੈਨੂੰ ਦਸ਼ਣਾ ਵੀ ਦਿਓ। ਉਹ ਕਹਿਣ ਲੱਗਾ ਮੈਂ ਗਰੀਬ ਹਾਂ, ਮੇਰੇ ਕੋਲੇ ਦਸ਼ਣਾ ਨਹੀਂ। ਉਹ ਕਹਿੰਦਾ ਨਹੀਂ, ਫਿਰ ਮੈਂ ਤੈਨੂੰ ਸ਼ਰਾਪ ਦੇਵਾਂਗਾ। ਤੇ ਹੁਣ ਉਹ ਵਿਚਾਰਾ ਗਰੀਬ ਫਸ ਗਿਆ। ਹੁਣ ਉਹ ਗੁਰੂ ਮਹਾਰਾਜ ਦੇ ਕੋਲ ਆਇਆ, ਕਹਿਣ ਲੱਗਾ ਸੱਚੇ ਪਾਤਸ਼ਾਹ ਵੀ ਇਹਨਾਂ ਪੰਡਤਾਂ ਨੇ, ਪਾਧਿਆਂ ਨੇ, ਪ੍ਰੋਹਤਾਂ ਨੇ ਸਾਨੂੰ ਬਹੁਤ ਲੁੱਟਿਆ ਖਸੁੱਟਿਆ ਹੈ, ਬੜਾ ਤੰਗ ਕੀਤਾ ਹੈ। ਤਾਂ ਸਤਿਗੁਰੂ ਕਹਿੰਦੇ ਭਾਈ ਉਹਨੂੰ ਇੱਥੇ ਸਾਡੇ ਕੋਲ ਲਿਆ। ਤੇ ਜਦੋਂ ਸਤਿਗੁਰੂ ਦੇ ਕੋਲ ਆਇਆ, ਹੁਣ ਇਹ ਵੀ ਬੱਚਿਆਂ ਨੂੰ ਪੱਟੀ ਲਿਖਣੀ ਪੜ੍ਹਨੀ ਸਿਖਾਉਂਦਾ ਸੀ ਤੇ ਗੁਰੂ ਮਹਾਰਾਜ ਨੇ ਫਿਰ ਇਹਦੇ ਵਾਸਤੇ ਇਹ ਪੱਟੀ ਬਾਣੀ ਉਚਾਰਨ ਕੀਤੀ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਰੰਭ ਦੇ ਵਿੱਚ ਮੰਗਲਾਚਰਨ ਲਿਖਿਆ ਹੈ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤਿਨਾਸ ਤੋਂ ਰਹਿਤ। ਗੁਰ ਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਇਸ ਪਾਵਨ ਬਾਣੀ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਨੇ ਔਰ ਉਹਨਾਂ ਦੇ ਵਿੱਚ ਮਨ ਨੂੰ ਹੀ ਸੰਬੋਧਨ ਕਰਕੇ ਉਪਦੇਸ਼ ਦਿੱਤਾ ਹੈ। ਮਨ ਐਸਾ ਲੇਖਾ ਤੂੰ ਕੀ ਪੜ੍ਹਿਆ, ਲੇਖਾ ਦੇਣਾ ਤੇਰੇ ਸਿਰ ਰਹਿਆ। ਰਹਾਉ ਕਹਿੰਦੇ ਐ ਮਨ ਐ ਪਿਆਰੇ ਐ ਪਧਿਆ, ਤੂੰ ਇਹੋ ਜਿਹਾ ਲੇਖਾ ਪੜ੍ਹਿਆ ਹੈ ਤੇ ਕੀ ਪੜ੍ਹਿਆ ਜਿਸ ਦਾ ਸਦਕਾ ਤੇਰੇ ਸਿਰ ਉੱਥੇ ਲੇਖਾ ਦੇਣਾ ਬਾਕੀ ਰਹਿ ਗਿਆ। ਇਹਦਾ ਮਤਲਬ ਇਹ ਹੈ, ਇਹੋ ਜਿਹਾ ਲੇਖਾ ਪੜ੍ਹਨ ਦੀ ਕੋਈ ਲੋੜ ਨਹੀਂ ਜਿਸ ਕਰਕੇ ਅੱਗੇ ਪਰਲੋਕ ਦੇ ਵਿੱਚ ਜਮਾਂ ਦਾ ਲੇਖਾ ਦੇਣਾ ਪੈਂਦਾ ਹੋਵੇ। ਸਾਨੂੰ ਉਹ ਲੇਖਾ, ਉਹ ਵਿਦਿਆ, ਉਹ ਗਿਆਨ ਪੜ੍ਹਨਾ ਸਿੱਖਣਾ ਚਾਹੀਦਾ ਹੈ ਜਿਹਦੇ ਨਾਲ ਅਗਲਾ ਲੇਖਾ ਵੀ ਸਾਰਾ ਨਿਬੜ ਜਾਵੇ। ਇਹ ਐਸੀ ਸਿੱਖਿਆ ਗੁਰੂ ਮਹਾਰਾਜ ਨੇ ਉਸ ਪਾਧੇ ਨੂੰ ਬਖਸ਼ੀ। ਆਇਓ ਅੰਗੈ ਸਭ ਜਗੇ ਆਇਆ, ਕਾਖੈ ਕੰਗੈ ਕਾਲ ਭਇਆ। ਇਹ ਜਿਹੜੇ ਪਾਧੇ ਲੋਕ ਸਨ, ਪਹਿਲਾਂ ਜਿਹੜੇ ਸੰਸਕ੍ਰਿਤ ਵਰਣਮਾਲਾ ਦੇ ਸਵਰ ਅੱਖਰ ਨੇ ਤੇ ਫਿਰ ਉਸ ਤੋਂ ਅੱਗੇ ਜਿਹੜੇ ਵਿਅੰਜਨ ਸਨ ਉਹ ਲਿਖਦੇ ਸਨ। ਸੰਸਕ੍ਰਿਤ ਵਰਣਮਾਲਾ ਦੇ 16 ਸਵਰ ਨੇ ਤੇ ਜਿਹੜੇ 32 ਵਿਅੰਜਨ ਅੱਖਰ ਨੇ ਤੇ ਕੁਛ ਤਵਿਤ ਅੱਖਰ ਹਨ। ਅਯੋ ਅੰਗਾਂ ਦਾ ਅਰਥ ਵੀ ਮੁਹਾਰਨੀ ਹੈ, ਜਿਵੇਂ ਐੜਾ ਮੁਕਤਾ ਆ, ਐੜੇ ਮੁਕਤਾ ਆ ਤੇ ਅੱਗੇ ਆ ਆ, ਏ ਈ, ਓ ਊ, ਓ ਊ, ਏ ਐ, ਓ ਆਓ। ਜਿਹੜਾ ਅਯੋ ਸ਼ਬਦ ਹੈ ਨਾ, ਇਹ ਸਾਰੀ ਮੁਹਾਰਨੀ, ਇਹਦੇ ਵਿੱਚ ਸਵਰ ਅੱਖਰ ਆ ਗਏ ਨੇ ਤੇ ਅਖੀਰ ਦੇ ਉੱਤੇ ਓ ਆਓ ਅੰਗ ਆ। ਅਯੋ ਅੰਗ ਹੈ ਜਿਹੜੀ ਮੁਹਾਰਨੀ ਦੀ ਪਹਿਲੀ ਲਾਈਨ ਹੈ।
ਐੜਾ ਮੁਕਤਾ ਆ, ਐੜਾ ਮੁਕਤਾ ਆ ਉੱਥੋਂ ਸ਼ੁਰੂ ਕਰਕੇ ਤੇ ਫਿਰ ਉਹ ਤੇ ਅੰਗ ਆ, ਉਹ ਅਖੀਰ ਦੇ ਉੱਤੇ ਬਿੰਦਾ ਟਿੱਪੀ ਨਾਲ ਸਮਾਪਤੀ ਹੁੰਦੀ ਹੈ। ਅਯੋ ਅੰਗੈ ਸਭ ਜਗੇ ਆਇਆ। ਜਿਹੜੀ ਮੁਹਾਰਣੀ ਦੀ ਪਹਿਲੀ ਲਾਈਨ ਹੈ ਮੁਕਤੇ ਆ ਤੋਂ ਸ਼ੁਰੂ ਹੁੰਦੀ, ਫਿਰ ਆ ਕੰਨਾ ਤੇ ਇਹ ਸਿਹਾਰੀ ਈ ਬਿਹਾਰੀ, ਇਸ ਤਰ੍ਹਾਂ ਅੱਗੇ ਉਹ ਬੋਲੀ ਜਾਂਦੀ ਹੈ ਤੇ ਅੰਗ ਆ ਤੇ ਸਮਾਪਤ ਹੁੰਦੀ। ਉਹਦਾ ਮਤਲਬ ਇਹ ਹੈ ਸਭ ਜਗੇ ਆਇਆ, ਵੀ ਸਾਰਾ ਸੰਸਾਰ ਵੀ ਇਹ ਉਸ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਆਇਆ। ਇਹ ਮੁਹਾਰਣੀ ਦੀ ਜਿਹੜੀ ਪਹਿਲੀ ਲਾਈਨ ਆ, ਇਹਦਾ ਮਤਲਬ ਇਹ ਸਮਝੋ ਵੀ ਸਾਰਾ ਸੰਸਾਰ ਉਸ ਵਾਹਿਗੁਰੂ ਪਰਮੇਸ਼ਰ ਦੇ ਭਾਣੇ ਦੇ ਵਿੱਚ ਹੀ ਆਇਆ ਹੈ। ਕਾਖੈ ਕੰਗੈ ਕਾਲ ਪਿਆ, ਅੱਗੇ ਵਿਅੰਜਨ ਅੱਖਰ ਸ਼ੁਰੂ ਹੋ ਜਾਂਦੇ ਨੇ, ਕਾ ਖਾ ਗਾ ਕਾ ਗਾ। ਇਹ ਕਾਖੈ ਕੰਗਿਆਂ ਦਾ ਅਰਥ ਵੀ ਇਹ ਜਿਹੜੇ 5 ਅੱਖਰੇ ਦੇ ਵਿੱਚ ਆ ਗਏ ਨੇ, ਕਾ ਖਾ ਗਾ ਕਾ ਗਾ। ਇਹਦਾ ਮਤਲਬ ਇਹ ਹੈ ਸਾਰਾ ਸੰਸਾਰ ਜਿਹੜਾ ਆਇਆ ਹੋਇਆ ਕਾਲ ਪਿਆ ਤੇ ਅਖੀਰ ਇਹ ਕਾਲ ਦੇ ਵਸ ਹੋ ਗਿਆ। ਜੋ ਵੀ ਸੰਸਾਰ ਆਇਆ ਸੀ ਤੇ ਉਸ ਨੂੰ ਕਾਲ ਦੇ ਵਸ ਪੈਣਾ ਪੈਂਦਾ ਹੈ। ਰੀਰੀ ਲੱਲੀ ਪਾਪ ਕਮਾਣੇ, ਪੜ ਅਵਗਣ ਗੁਣ ਵਿਸਰਿਆ। ਸੰਸਕ੍ਰਿਤ ਦੇ ਕੁਝ ਹੋਰ ਵੀ ਸਵਰ ਨੇ, ਰੀ ਰੀ ਲਿਰ ਲਿਰੀ, ਇਹ ਸੰਸਕ੍ਰਿਤ ਵਰਣਮਾਲਾ ਦੇ ਸਵਰ ਅੱਖਰ ਮੰਨੇ ਜਾਂਦੇ ਨੇ, ਜਿਸ ਨੂੰ ਸਤਿਗੁਰੂ ਨੇ ਰੀਰੀ ਲੱਲੀ, ਰੀ ਤੇ ਰੀ ਤੇ ਲੱਲੀ ਤੋਂ ਮੁਰਾਦ ਹੈ ਵੀ ਲਿਰ ਲਿਰੀ, ਇਹ ਜਿਹੜੇ ਸਵਰ ਨੇ। ਇਹਨਾਂ ਦਾ ਉਪਦੇਸ਼ ਇਹ ਹੈ ਵੀ ਪਾਪ ਕਮਾਣੇ। ਇਸ ਜੀਵ ਨੇ ਸੰਸਾਰ ਦੇ ਵਿੱਚ ਆ ਕੇ ਪਾਪ ਕੀਤੇ, ਮਾੜੇ ਕੰਮ ਕੀਤੇ। ਪੜ ਅਵਗਣ ਗੁਣ ਵਿਸਰਿਆ, ਅਵਗੁਣਾਂ ਨੂੰ ਇਸ ਨੇ ਪੜ੍ਹ ਕੇ ਤੇ ਗੁਣਾਂ ਨੂੰ ਵਿਸਰਿਆ, ਗੁਣਾਂ ਨੂੰ ਭੁਲਾ ਦਿੱਤਾ। ਇਹ ਜਿਹੜੇ ਰੀ ਰੀ ਲਿਰ ਲਿਰੀ ਇਹ ਜਿਹੜੇ ਅੱਖਰ ਨੇ ਇਹ ਉਪਦੇਸ਼ ਦਿੰਦੇ ਹਨ ਵੀ ਇਹ ਬੰਦੇ ਤੂੰ ਇੱਥੇ ਆ ਕੇ ਪਾਪ ਕੀਤੇ ਨੇ, ਪੁੱਠੇ ਕੰਮ ਕੀਤੇ ਨੇ ਤੇ ਅਵਗੁਣ ਪੜ੍ਹ ਕੇ, ਅਵਗੁਣ ਸਿੱਖ ਕੇ ਗੁਣ ਵਿਸਰਿਆ ਤੇ ਚੰਗੇ ਗੁਣ ਤੂੰ ਉਹ ਭੁਲਾ ਦਿੱਤੇ ਹਨ। ਮਨ ਐਸਾ ਲੇਖਾ ਤੂੰ ਕੀ ਪੜਿਆ, ਲੇਖਾ ਦੇਣਾ ਤੇਰੇ ਸਿਰ ਰਹਿਆ ਰਹਾਉ। ਐ ਮਨ ਐ ਪਿਆਰੇ, ਤੂੰ ਇਹੋ ਜਿਹਾ ਲੇਖਾ ਕੀ ਪੜਿਆ ਹੈ, ਭਾਵ ਇਹੋ ਜਿਹੇ ਲੇਖਾ ਪੜ੍ਹਨ ਦਾ ਕੋਈ ਤੈਨੂੰ ਲਾਭ ਨਾ ਹੋ ਸਕਿਆ। ਲੇਖਾ ਦੇਣਾ ਤੇਰੇ ਸਿਰ ਰਹਿਆ, ਕਿਉਂਕਿ ਤੂੰ ਐਸੇ ਪੜ੍ਹ ਲਿਖ ਕੇ ਐਸੇ ਕੰਮ ਕੀਤੇ, ਅਵਗੁਣ ਧਾਰਨ ਕੀਤੇ, ਗੁਣਾਂ ਨੂੰ ਛੱਡ ਦਿੱਤਾ, ਜਿਸ ਕਰਕੇ ਤੇਰੇ ਸਿਰ ਉਤੇ ਲੇਖਾ ਦੇਣ ਦਾ ਲੇਖ ਉਹ ਹਮੇਸ਼ਾ ਲਈ ਕਾਇਮ ਰਿਹਾ ਹੈ। ਭਾਵ ਤੂੰ ਚਾਹੇ ਕਿੰਨਾ ਵੀ ਪੜ੍ਹ ਲਿਖ ਗਿਆ ਹੈ, ਪਰ ਤੈਨੂੰ ਅੱਗੇ ਧਰਮਰਾਜ ਦੀ ਕਚਹਿਰੀ ਵਿੱਚ ਜਾ ਕੇ ਹਿਸਾਬ ਕਿਤਾਬ ਦੇਣਾ ਪਵੇਗਾ। ਜਿੰਨਾ ਚਿਰ ਤੱਕ ਉਹ ਲੇਖਾ ਨਹੀਂ ਨਿਬੜਦਾ, ਉਨਾ ਚਿਰ ਤੱਕ ਤੇਰਾ ਇਹ ਲੇਖਾ ਪੜ੍ਹਨ ਦਾ, ਵਿਦਿਆ ਪੜ੍ਹਨ ਦਾ ਕੋਈ ਲਾਭ ਨਹੀਂ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਿਰ ਆਖਦੇ ਨੇ, ਸਿੱਧੰ ਆਇਆ ਸਿਮਰੈ ਨਾਹੀ, ਨੰਨਾ ਨਾ ਤੁਧ ਨਾਮ ਲਿਆ। ਪਾਦੇ ਜਦੋਂ ਪੱਟੀ ਲਿਖਦੇ ਨੇ ਸਿੱਧੰ ਆਇਆ, ਇਹ ਲਫ਼ਜ਼ ਪਹਿਲਾਂ ਲਿਖਦੇ ਨੇ, ਇਹ ਇੱਕ ਆਸ਼ੀਰਵਾਦ ਹੁੰਦੀ ਹੈ। ਇਹਦਾ ਅਰਥ ਹੈ ਸਿੱਧੰ ਆਇਆ ਵੀ ਤੈਨੂੰ ਸਫਲਤਾ ਮਿਲੇ, ਇਸ ਕਾਰਜ ਦੇ ਵਿੱਚ ਤੈਨੂੰ ਕਾਮਯਾਬੀ ਮਿਲੇ। ਸਿੱਧੰ ਆਇਆ ਦਾ ਮਤਲਬ ਇਹ ਹੈ ਸਿਮਰੈ ਨਾਹੀ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਹੀ ਨਹੀਂ ਕਰਦਾ। ਤੇ ਨੰਨਾ ਨਾ ਤੁਧ ਨਾਮ ਲਿਆ, ਅੱਗੇ ਜਿਵੇਂ ਭੁਲਾਵੇਂ ਅੱਖਰ ਪਾ ਕੇ ਪਾਦੇ ਪੱਟੀ ਲਿਖਦੇ ਸਨ, ਉਹ ਭੁਲਾਵੇਂ ਅੱਖਰਾਂ ਦੁਆਰਾ ਇਹ ਗੁਰੂ ਅਮਰਦਾਸ ਮਹਾਰਾਜ ਨੇ ਪੱਟੀ ਲਿਖੀ ਹੈ, ਨੰਨਾ ਨਾ ਤੁਧ ਨਾਮ ਲਿਆ। ਨੰਨੇ ਅੱਖਰ ਦੁਆਰਾ ਤੈਨੂੰ ਇਹ ਉਪਦੇਸ਼ ਮਿਲ ਰਿਹਾ ਹੈ ਵੀ ਨਾ ਤੂੰ ਵਾਹਿਗੁਰੂ ਦਾ ਸਿਮਰਨ ਕੀਤਾ ਹੈ ਤੇ ਨਾ ਕਦੇ ਤੂੰ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਲਿਆ ਹੈ। ਸ਼ਸ਼ਾ ਛੀਜੈ ਅਹਨਸ ਮੂੜੇ, ਕਿਉਂ ਛੂਟਾ ਹੈ ਜਮ ਪਾਕੜਿਆ। ਹਾਜ਼ੂਰ ਕਹਿੰਦੇ ਨੇ ਸ਼ਸ਼ਾ ਛੀਜੈ ਅਹਨਸ ਮੂੜੇ, ਉਹ ਮੂਰਖਾ ਦਿਨ ਰਾਤ ਤੇਰਾ ਜਿਹੜਾ ਸਰੀਰ ਹੈ, ਸ਼ਸ਼ੀ ਅੱਖਰ ਦੁਆਰਾ ਉਪਦੇਸ਼ ਹੈ ਵੀ ਸ਼ਸ਼ੀ ਅੱਖਰ ਦੁਆਰਾ ਮੂਰਖਾ ਤੇਰਾ ਸਰੀਰ ਦਿਨ ਰਾਤ ਛੀਜੈ ਦਾ ਅਰਥ ਕਮਜ਼ੋਰ ਹੁੰਦਾ ਜਾ ਰਿਹਾ ਹੈ। ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਪਹਿਨਦਿਆਂ ਸਭ ਅੰਗ। ਸਤਿਗੁਰੂ ਕਹਿੰਦੇ ਨੇ ਖਾਂਦਿਆਂ ਖਾਂਦਿਆਂ ਦੰਦ ਵੀ ਕੱਸ ਜਾਂਦੇ ਨੇ, ਅਖੀਰ ਬਿਰਧ ਅਵਸਥਾ ਵਿੱਚ ਦੰਦ ਵੀ ਨਿਕਲ ਜਾਂਦੇ ਨੇ ਤੇ ਖਾਂਦਿਆਂ ਖਾਂਦਿਆਂ ਮੂੰਹ ਵੀ ਕੱਸ ਜਾਂਦਾ, ਪਹਿਨਦਿਆਂ ਅੰਗ ਵੀ ਕਮਜ਼ੋਰ ਪੈ ਜਾਂਦੇ ਨੇ। ਮੂਰਖਾ ਦਿਨ ਰਾਤ ਤੇਰਾ ਸਰੀਰ ਘਟਦਾ ਜਾ ਰਿਹਾ ਹੈ, ਕਿਉਂ ਛੂਟਾ ਜਮ ਪਕੜਿਆ। ਤੇ ਹੁਣ ਜਦੋਂ ਜਮਾਂ ਨੇ ਤੈਨੂੰ ਆ ਕੇ ਪਕੜ ਲਿਆ, ਦੱਸ ਕਿਵੇਂ ਛੁੱਟੇਗਾ, ਤੂੰ ਕਦੀ ਵੀ ਛੁੱਟ ਨਹੀਂ ਸਕੇਗਾ।
ਬੱਬੈ ਬੂਝੈ ਨਾਹੀ ਮੂੜੇ, ਭਰਮ ਭੁਲੇ ਤੇਰਾ ਜਨਮ ਗਿਆ। ਬੱਬੇ ਅੱਖਰ ਦੁਆਰਾ ਸਤਿਗੁਰੂ ਕਹਿੰਦੇ ਨੇ, ਮੂਰਖਾ ਤੂੰ ਅਸਲੀ ਜੀਵਨ ਦੇ ਉਦੇਸ਼ ਨੂੰ ਬੂਝੈ ਨਹੀਂ, ਤੂੰ ਸਮਝਦਾ ਹੀ ਨਹੀਂ। ਭਰਮ ਭੁਲੇ ਤੇਰਾ ਜਨਮ ਗਿਆ, ਭਰਮ ਦੇ ਵਿੱਚ ਭੁੱਲਿਆ ਹੋਇਆਂ ਤੇਰਾ ਸਾਰਾ ਹੀ ਜਨਮ ਬੀਤ ਗਿਆ ਹੈ। ਅਣਹੋਂਦਾ ਨਾਉ ਧਰਾਇਓ ਪਾਦਾ, ਅਵਰਾ ਕਾ ਭਾਰ ਤੁਧ ਲਿਆ। ਤੂੰ ਤੇ ਅਣਹੋਂਦਾ ਦਾ ਅਰਥ ਵੀ ਅਣਹੋਇਆ ਹੀ ਆਪਣਾ ਨਾਮ ਪਾਦਾ ਰਖਵਾ ਲਿਆ। ਮੈਂ ਪਾਦਾ ਟੀਚਰ ਹਾਂ, ਅਧਿਆਪਕ ਹਾਂ, ਮੈਂ ਦੂਜਿਆਂ ਨੂੰ ਸਿੱਖ ਮੱਤ ਦਿੰਦਾ ਹਾਂ। ਤੂੰ ਅਣਹੋਇਆ ਹੀ ਆਪਣਾ ਨਾਮ ਪਾਦਾ ਰਖਵਾ ਲਿਆ। ਅਵਰਾ ਕਾ ਭਾਰ ਤੁਧ ਲਿਆ, ਤੇ ਸਗਾਂ ਹੋਰਾਂ ਦਾ ਵੀ ਭਾਰ ਤੂੰ ਆਪਣੇ ਸਿਰ ਉੱਤੇ ਚੁੱਕ ਲਿਆ। ਇਹਦਾ ਮਤਲਬ ਇਹ ਹੈ, ਤੂੰ ਹੋਰਾਂ ਨੂੰ ਪੁੱਠੀ ਸਿੱਖਿਆ ਦੇ ਕੇ ਮਾੜੇ ਪਾਸੇ ਲਾ ਰਿਹਾ ਹੈ, ਤੇ ਉਹਨਾਂ ਦੇ ਪਾਪਾਂ ਦਾ ਭਾਰ ਵੀ ਤੂੰ ਆਪਣੇ ਸਿਰ ਉੱਤੇ ਚੁੱਕ ਲਿਆ ਹੈ। ਜੱਜੈ ਜੋਤ ਹਿਰ ਲਈ ਤੇਰੀ ਮੂੜੇ, ਅੰਤ ਗਿਆ ਪਛਤਾਵਹਿੰਗਾ। ਜੱਜੇ ਅੱਖਰ ਦੁਆਰਾ ਸਤਿਗੁਰੂ ਕਹਿੰਦੇ ਨੇ, ਉਹ ਮੂਰਖਾ ਤੇਰੀ ਜਿਹੜੀ ਜੋਤ ਦਾ ਅਰਥ ਹੈ ਵੀ ਅਕਲ ਸੀ, ਤੇਰੀ ਬੁੱਧੀ ਸੀ, ਉਹ ਕਹਿੰਦੇ ਨੇ ਕਿਸੇ ਨੇ ਮਾਨੋ ਚੁਰਾਈ ਲਈ ਹੈ। ਚੰਗੀ ਅਕਲ ਤੇਰੀ ਬੁੱਧੀ ਕਿਸੇ ਨੇ ਖੋਹ ਹੀ ਲਈ ਹੈ। ਅੰਤ ਗਿਆ ਪਛਤਾਵਹਿੰਗਾ, ਇਸੇ ਲਈ ਉਹ ਮੂਰਖਾ ਜਦੋਂ ਅੰਤ ਨੂੰ ਅੱਗੇ ਪ੍ਰਲੋਕ ਵਿੱਚ ਗਿਆ, ਉੱਥੇ ਜਾ ਕੇ ਤੈਨੂੰ ਪਛਤਾਉਣਾ ਪਵੇਗਾ। ਏਕ ਸ਼ਬਦ ਤੂੰ ਚੀਨਹਿ ਨਾਹੀਂ, ਫਿਰ ਜੂਨੀ ਆਵਹਿੰਗਾ। ਜਿਹੜਾ ਇੱਕ ਸ਼ਬਦ ਹੈ ਵਾਹਿਗੁਰੂ ਮੰਤਰ, ਉਹਨੂੰ ਤੂੰ ਚੀਨਹਿ ਨਹੀਂ, ਪਛਾਣਦਾ ਹੀ ਨਹੀਂ। ਜਿਹੜਾ ਇੱਕ ਸ਼ਬਦ ਹੈ ਗੁਰੂ ਦਾ ਬਖਸ਼ਿਆ ਨਾਮ, ਉਹਨੂੰ ਤੂੰ ਕੁਝ ਸਮਝਦਾ ਹੀ ਨਹੀਂ। ਫਿਰ ਜੂਨੀ ਆਵਹਿੰਗਾ। ਪਰ ਇਸ ਗੱਲ ਨੂੰ ਯਾਦ ਰੱਖ, ਜੇ ਤੂੰ ਗੁਰੂ ਦੇ ਬਖਸ਼ੇ ਇੱਕ ਨਾਮ ਨੂੰ, ਮੰਤਰ ਨੂੰ ਨਾਮ ਜਪਿਆ, ਤੇ ਮੁੜ ਕੇ ਤੈਨੂੰ ਜੂਨਾਂ ਦੇ ਵਿੱਚ ਆਉਣਾ ਪਵੇਗਾ, ਜੂਨਾਂ ਦੇ ਵਿੱਚ ਭਟਕਣਾ ਪਵੇਗਾ। ਪਸ਼ੂ ਪੰਖੀ ਸੈਲ ਤਰਵਰ ਗਣਤ ਕਛੂ ਨਾ ਆਵੇ, ਬੀਜ ਬੋਵਸ ਭੋਗ ਭੋਗਿਆ ਕੀਆ ਆਪਣਾ ਪਾਵੇ। ਗੁਰ ਮੰਤਰ ਹੀ ਨਸ ਜੋ ਪ੍ਰਾਣੀ, ਤ੍ਰਿਗੰਤ ਜਨਮ ਪ੍ਰਸ਼ਨ। ਕੂਕਰੈ ਸੁਕਰੈ ਗਰਦ ਬੈ ਕਾਕੈ, ਸਰਪਣੈ ਤੁਲ ਖਲੈ। ਦੇਖ ਲੈ, ਜੇ ਗੁਰਮੰਤਰ ਨੂੰ ਤੂੰ ਨਾ ਧਾਰਨ ਕੀਤਾ, ਮੁੜ ਕੇ ਜੂਨਾਂ ਦੇ ਵਿੱਚ ਤੈਨੂੰ ਆਉਣਾ ਜਾਣਾ ਪਵੇਗਾ। ਤੁਧ ਸਿਰ ਲਿਖਿਆ ਸੋ ਪੜ ਪੰਡਤ, ਅਵਰਾ ਨੂੰ ਨਾ ਸਖਾਲ ਵਿਖਿਆ। ਇਸ ਪੰਕਤੀ ਤੋਂ ਪਤਾ ਲੱਗਦਾ ਹੈ ਵੀ ਉਹ ਜਿਹੜਾ ਪਾਦਾ ਸੀ, ਬੱਚਿਆਂ ਨੂੰ ਗਲਤ ਸਿੱਖਿਆ ਵੀ ਦਿੰਦਾ ਸੀ, ਭੈੜੀ ਸਿੱਖਿਆ ਵੀ ਦਿੰਦਾ ਸੀ। ਤੇ ਸਤਿਗੁਰੂ ਕਹਿੰਦੇ ਨੇ, ਤੁਧ ਸਿਰ ਲਿਖਿਆ ਸੋ ਪੜ ਪੰਡਤ। ਕਹਿੰਦੇ ਉਹ ਪੰਡਤਾ, ਜੇ ਤੇਰੇ ਤੇ ਕੋਈ ਮਾੜਾ ਲੇਖ ਲਿਖਿਆ ਵਾਹਿਗੁਰੂ ਨੇ, ਤੂੰ ਆਪ ਪੜ੍ਹੀ ਜਾ। ਅਵਰਾਂ ਨੂੰ ਨਾ ਸਿਖਾਲ ਵਿਖਿਆ, ਪਰ ਹੋਰਾਂ ਨੂੰ ਤੇ ਇਹ ਜਿਹੜਾ ਜ਼ਹਿਰ ਵਾਲਾ, ਲੜਾਈ ਝਗੜੇ ਵਾਲਾ ਸਬਕ ਨਾ ਪੜਾ। ਜਿਹੜਾ ਕੁਛ ਤੇਰੇ ਮੱਥੇ ਤੇ ਲੇਖ ਲਿਖਿਆ, ਤੂੰ ਉਹਨੂੰ ਆਪ ਹੀ ਪੜ੍ਹ, ਤੇ ਹੋਰਾਂ ਨੂੰ ਇਹ ਜਿਹੜਾ ਜ਼ਹਿਰ ਦਾ ਵਪਾਰ ਕਰਨਾ ਨਾ ਸਿਖਾ। ਪਹਿਲਾਂ ਫਾਹਾ ਪਾਇਆ ਪਾਦੇ, ਪਿੱਛੋਂ ਦੇ ਗਲ ਚਾਟੜਿਆ। ਨਹੀਂ ਤੇ ਵੇਖ ਲੈ, ਜਿਹੜੇ ਰਸਤੇ ਤੂੰ ਆਪ ਪਿਆ ਹੋਇਆ, ਤੇ ਜਿਹੜੇ ਰਸਤੇ ਤੂੰ ਬੱਚਿਆਂ ਨੂੰ ਤੋਰ ਰਿਹਾ ਹੈ, ਪਹਿਲਾਂ ਫਾਹਾ ਪਾਦੇ ਦੇ ਗਲ ਦੇ ਵਿੱਚ ਪਏਗਾ, ਪਿੱਛੋਂ ਦੇ ਗਲ ਚਾਟੜਿਆ। ਪਿੱਛੋਂ ਜਿਹੜੇ ਤੇਰੇ ਚਾਟੜੇ ਨੇ, ਤੇਰੇ ਵਿਦਿਆਰਥੀ ਨੇ, ਤੇਰੇ ਸ਼ਾਗਿਰਦ ਮੁੰਡੇ ਨੇ, ਉਹਨਾਂ ਦੇ ਗਲ ਦੇ ਵਿੱਚ ਫਿਰ ਇਹ ਫਾਹਾ ਪਵੇਗਾ। ਲੋਕਾਂ ਨੇ ਪਹਿਲਾਂ ਤੇਰੇ ਗਲ ਦੇ ਵਿੱਚ ਆ ਕੇ ਫਾਹਾ ਪਾਉਣਾ, ਫਿਰ ਜਿਹੜੇ ਤੇਰੀ ਸਿੱਖਿਆ ਦੇ ਅਨੁਯਾਈ ਚੱਲਣ ਵਾਲੇ ਸ਼ਰਾਰਤੀ ਬੱਚੇ ਹੋਣਗੇ, ਫਿਰ ਉਹਨਾਂ ਦੇ ਗਲ ਦੇ ਵਿੱਚ ਵੀ, ਉਹਨਾਂ ਚਾਟੜਿਆਂ ਦੇ ਗਲ ਦੇ ਵਿੱਚ ਵੀ ਫਾਹਾ ਪਵੇਗਾ। ਸੱਸੈ ਸੰਜਮ ਗਇਓ ਮੂੜੇ, ਏਕ ਦਾਨ ਤੁਧ ਕੁਥਾਇ ਲਿਆ। ਸੱਸੇ ਅੱਖਰ ਦੁਆਰਾ ਹਜ਼ੂਰ ਕਹਿੰਦੇ ਨੇ, ਉਹ ਮੂਰਖਾ ਤੇਰੇ ਅੰਦਰੋਂ ਸੰਜਮ ਦਾ ਅਰਥ ਹੈ ਜਿਹੜਾ ਸਬਰ ਸ਼ੁਕਰ ਸੀ, ਸੰਤੋਖ ਦੀ ਭਾਵਨਾ ਸੀ, ਉਹ ਤੇ ਨਿਕਲ ਹੀ ਗਈ ਹੈ। ਏਕ ਦਾਨ ਤੁਧ ਕੁਥਾਇ ਲਿਆ, ਵੀ ਇੱਕ ਦਾਨ ਤੂੰ ਬਹੁਤ ਖੋਟੇ ਥਾਂ ਦਾ ਲੈ ਲਿਆ। ਉਹ ਕਿਹੜਾ ਖੋਟੇ ਥਾਂ ਦਾ ਦਾਨ ਲਿਆ ਹੈ? ਜੋ ਕੁਝ ਇਸ ਨੇ ਕਰਤੂਤ ਕੀਤੀ ਸੀ ਉਹਦੇ ਬਾਰੇ ਸਤਿਗੁਰੂ ਨੇ ਅੱਗੇ ਸਪਸ਼ਟ ਸਮਝਾ ਦਿੱਤਾ। ਸਾਈ ਪੁੱਤਰੀ ਜਜਮਾਨ ਕੀ ਸਾਥ ਤੇਰੀ, ਇਹ ਤਾਨ ਖਾਧਾ ਤੇਰਾ ਜਨਮ ਗਿਆ। ਵੇਖ, ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਸਾਈ ਪੁੱਤਰੀ ਜਜਮਾਨ ਕੀ ਸਾਥ ਤੇਰੀ, ਵੀ ਜਿਹੜੀ ਪੁੱਤਰੀ ਤੇਰੇ ਜਜਮਾਨ ਦੀ ਸੀ, ਉਹ ਗਰੀਬ ਜ਼ਿਮੀਂਦਾਰ ਦੀ ਲੜਕੀ ਸੀ, ਉਹ ਤੇਰੀ ਵੀ ਤਾਂ ਧੀ ਸੀ। ਧੀਆਂ ਭੈਣਾਂ ਇੱਕ ਬਰਾਬਰੀ ਹੁੰਦੀਆਂ ਨੇ। ਇਹ ਤਾਨ ਖਾਧਾ, ਤੂੰ ਉਹਨਾਂ ਦਾ ਵੀ ਜਾ ਕੇ ਤਾਨ ਖਾਣ ਲੱਗ ਪਿਆ। ਭਾਵ
ਤੂੰ ਉਹਨਾਂ ਦੇ ਘਰ ਜਾ ਕੇ ਦਸ਼ਣਾ ਮੰਗਦਾ ਹੈ ਤੇ ਉਹਨਾਂ ਦੇ ਘਰ ਜਾ ਕੇ ਖੀਰ ਪੂੜੇ ਮੰਗਦਾ ਹੈ। ਉਹਨਾਂ ਦਾ ਧਾਨ ਖਾ ਕੇ ਤੇਰਾ ਜਨਮ ਚਲਿਆ ਗਿਆ, ਤੇਰਾ ਵਿਅਰਥ ਜਨਮ ਬੀਤ ਗਿਆ ਹੈ। ਮੰਮੈ ਮਤ ਹਰ ਲਈ ਤੇਰੀ ਮੂੜੇ, ਹਉਮੈ ਵੱਡਾ ਰੋਗ ਪਿਆ। ਲੋ ਹੁਣ ਮੰਮੀ ਅੱਖਰ ਦੁਆਰਾ ਸਤਿਗੁਰੂ ਕਹਿੰਦੇ ਨੇ, ਉਹ ਮੂਰਖਾ, ਜਿਹੜੀ ਤੇਰੀ ਚੰਗੀ ਅਕਲ ਸੀ ਉਹ ਤਾਂ ਮਾਨੋ ਕਿਸੇ ਨੇ ਖੋਹ ਹੀ ਲਈ ਹੈ। ਹਉਮੈ ਵੱਡਾ ਰੋਗ ਪਿਆ, ਤੇਰੇ ਅੰਦਰ ਹਉਮੈ ਦਾ ਵੱਡਾ ਦੀਰਘ ਰੋਗ ਪੈਦਾ ਹੋ ਗਿਆ, ਜਿਸ ਕਰਕੇ ਤੂੰ ਆਪਣੇ ਆਪ ਨੂੰ ਬਹੁਤ ਉੱਚਾ ਤੇ ਵੱਡਾ ਵਿਦਵਾਨ ਸਮਝਦਾ ਹੈ ਤੇ ਦੂਸਰਿਆਂ ਨੂੰ ਕੀੜੇ ਮਕੌੜੇ ਸਮਝ ਰਿਹਾ ਹੈ। ਇਹ ਹਉਮੈ ਦਾ ਵੱਡਾ ਰੋਗ ਤੇਰੇ ਅੰਦਰ ਪੈਦਾ ਹੋ ਗਿਆ ਹੈ। ਅੰਤਰ ਆਤਮੈ ਬ੍ਰਹਮ ਨਾ ਚੀਨਿਆ, ਮਾਇਆ ਕਾ ਮੁਹਤਾਜ ਭਇਆ। ਤੇਰੇ ਅੰਤਰ ਆਤਮਾ ਬ੍ਰਹਮ ਪਰਮੇਸ਼ਰ ਵੀ ਵਸ ਰਿਹਾ ਹੈ, ਤੂੰ ਉਸਨੂੰ ਤੇ ਜਾਣਿਆ ਹੀ ਨਹੀਂ, ਉਹਨੂੰ ਤੇ ਪਛਾਣਿਆ ਹੀ ਨਹੀਂ, ਉਹਨੂੰ ਸਮਝਿਆ ਹੀ ਨਹੀਂ। ਮਾਇਆ ਕਾ ਮੁਹਤਾਜ ਪਾਇਆ, ਤੂੰ ਤੇ ਮਾਇਆ ਦਾ ਹੀ ਮੁਹਤਾਜ ਹੋ ਗਿਆ, ਮਾਇਆ ਦਾ ਹੀ ਪੁੱਤ ਬਣ ਗਿਆ, ਮਾਇਆ ਦਾ ਹੀ ਗੁਲਾਮ ਹੋ ਗਿਆ, ਰੱਬ ਨੂੰ ਨਹੀਂ ਚੇਤੇ ਕੀਤਾ। ਕੱਕੈ ਕਾਮ ਕ੍ਰੋਧ ਭਰਮ ਉਹ ਮੂੜੇ, ਮਮਤਾ ਲਾਗੇ ਤੁਧ ਹਰ ਵਿਸਰਿਆ। ਲੋ ਹੁਣ ਕੱਕੇ ਅੱਖਰ ਦੁਆਰਾ ਸਤਿਗੁਰੂ ਕਹਿੰਦੇ ਨੇ, ਮੂਰਖਾ, ਤੂੰ ਕਾਮ ਤੇ ਕ੍ਰੋਧ ਇਹਨਾਂ ਵਿਕਾਰਾਂ ਦੇ ਵਿੱਚ ਪੈ ਕੇ ਇੱਧਰ ਉੱਧਰ ਭਟਕਦਾ ਫਿਰਦਾ ਰਿਹਾ ਹੈ। ਮਮਤਾ ਲਾਗੇ ਤੁਧ ਹਰ ਵਿਸਰਿਆ, ਤੈਨੂੰ ਐਸੀ ਝੂਠੀ ਮਾਇਆ ਦੀ ਮਮਤਾ ਚਿੰਬੜ ਗਈ ਹੈ ਤੇ ਤੈਨੂੰ ਵਾਹਿਗੁਰੂ ਪਰਮੇਸ਼ਰ ਭੁੱਲਿਆ ਹੋਇਆ। ਕਿਉਂਕਿ ਜਦੋਂ ਮਨੁੱਖ ਨੂੰ ਮਾਇਆ ਦੀ ਮਮਤਾ ਚਿੰਬੜ ਜਾਂਦੀ ਹੈ ਤੇ ਫਿਰ ਰੱਬ ਨੂੰ ਭੁੱਲ ਜਾਂਦਾ ਹੈ। ਮਾਇਆ ਦਾ ਸੁਭਾਅ ਹੀ ਹੈ ਇਹ, ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਪਾਉ ਦੂਜਾ ਲਾਇਆ। ਜਾਂ ਅਸੀਂ ਮਾਇਆ ਦਾ ਸਿਮਰਨ ਕਰਦੇ ਹਾਂ ਜਾਂ ਫਿਰ ਰੱਬ ਦਾ ਸਿਮਰਨ ਹੋ ਸਕਦਾ ਹੈ। ਜੇ ਮਾਇਆ ਦਾ ਸਿਮਰਨ ਹੈ ਫਿਰ ਰੱਬ ਦਾ ਸਿਮਰਨ ਨਹੀਂ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ, ਮਮਤਾ ਲਾਗੇ ਤੁਧ ਹਰ ਵਿਸਰਿਆ, ਮਾਇਆ ਮਨਹੁ ਨਾ ਵਿਸਰੈ, ਮੰਗੈ ਦਮਾ ਦਮ, ਸੋ ਪ੍ਰਭ ਚਿਤ ਨਾ ਆਵੇ, ਨਾਨਕ ਨਹੀਂ ਕਰਮ। ਉਸ ਮਾਇਆ ਦੀ ਝੂਠੀ ਮਮਤਾ ਦੇ ਵਿੱਚ ਲਾ ਕੇ ਤੈਨੂੰ ਪਰਮੇਸ਼ਰ ਭੁੱਲ ਗਿਆ ਹੈ। ਪੜ੍ਹੈ ਗੁਣ ਹੈ ਤੂੰ ਬਹੁਤ ਪੁਕਾਰੈ, ਵਿਣ ਬੂਝੇ ਤੂੰ ਡੂਬ ਮੂਆ। ਸਤਿਗੁਰੂ ਕਹਿੰਦੇ ਨੇ, ਉਹ ਮੂਰਖਾ, ਤੂੰ ਪੜ੍ਹਦਾ ਵੀ ਹੈ ਤੇ ਗੁਣ ਹੈ ਵਿਚਾਰਦਾ ਵੀ ਹੈ ਤੇ ਬਹੁਤ ਉੱਚੀ ਉੱਚੀ ਪੁਕਾਰੈ, ਲੋਕਾਂ ਨੂੰ ਲੈਕਚਰ ਪ੍ਰਚਾਰ ਕਰ ਕਰਕੇ ਵੀ ਸੁਣਾਉਣਾ। ਵਿਣ ਬੂਝੇ ਤੂੰ ਡੂਬ ਮੂਆ, ਪਰ ਤੂੰ ਆਪ ਅਸਲੀ ਜੀਵਨ ਦੇ ਮਨੋਰਥ ਨੂੰ, ਧਰਮ ਗ੍ਰੰਥਾਂ ਦੇ ਅਸਲੀ ਸਿਧਾਂਤ ਨੂੰ ਤੂੰ ਸਮਝਿਆ ਹੀ ਨਹੀਂ। ਇਸੇ ਕਰਕੇ ਤੂੰ ਤੇ ਡੁੱਬ ਕੇ ਮਰ ਗਿਆ। ਇਹਦਾ ਮਤਲਬ ਇਹ ਹੈ, ਹਾਥ ਦੀਪ ਕੂਏ ਪਰ ਹੈ। ਭਗਤ ਕਬੀਰ ਜੀ ਨੇ ਲਿਖਿਆ ਹੈ, ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰ ਹੈ। ਜਿਹੜੇ ਪੜ੍ਹੇ ਲਿਖੇ ਲੋਕ ਨੇ, ਹੱਥ ਵਿੱਚ ਉਹਨਾਂ ਦੇ ਗਿਆਨ ਦਾ ਦੀਵਾ ਹੁੰਦਾ ਹੈ ਤੇ ਫੇਰ ਗੁਨਾਹ ਕਰਦੇ ਨੇ, ਫੇਰ ਵਿਸ਼ੇ ਵਿਕਾਰਾਂ ਦੇ ਵਿੱਚ ਪ੍ਰਵਿਰਤ ਹੁੰਦੇ ਨੇ। ਉਹਨਾਂ ਦੀ ਹਾਲਤ ਇਸ ਤਰ੍ਹਾਂ ਹੁੰਦੀ ਜਿਵੇਂ ਕੋਈ ਦੀਵਾ ਲੈ ਕੇ ਖੂਹ ਵਿੱਚ ਡਿੱਗ ਪਵੇ। ਇਸ ਤਰ੍ਹਾਂ ਤੁਸੀਂ ਵਿਦਿਆ ਦਾ ਦੀਵਾ ਲੈ ਕੇ ਤੇ ਅਸਲੀ ਪਰਮਾਰਥ ਨੂੰ ਸਮਝੇ ਤੋਂ ਬਿਨਾਂ ਤੂੰ ਤੇ ਵੀ ਡੁੱਬ ਕੇ ਮਰ ਗਏ ਹੈ।